ਡਾਟਾਬੇਸ ਮੈਨੇਜਮੈਂਟ ਸਿਸਟਮ ਦੇ ਬਾਰੇ ਚ ਆਪਾਂ ਡਿਸਕਸ ਕਰ ਰਹੇ ਸੀ। ਤਾਂ ਅੱਜ ਡਿਸਕਸ ਕਰਾਂਗੇ DBMS ਦਾ ਆਰਕੀਟੈਕਚਰ, ਉਹਦਾ ਅੰਡਰ ਦਾ ਸਟਰਕਚਰ ਕੀ ਹੈ, ਕਿਹੜੇ ਕਿਹੜੇ ਕੰਪੋਨੈਂਟ ਨੇ ਉਸਦੇ ਆਰਕੀਟੈਕਚਰ ਚ। ਬੇਸਿਕਲੀ DBMS ਦਾ ਆਰਕੀਟੈਕਚਰ 3 ਲੈਵਲ ਜਾਂ ਲੇਅਰਸ ਦੇ ਵਿੱਚ ਵੰਡਿਆ ਜਾਂਦਾ ਹੈ। ਨਾਮ एक्सटर्नल लेवल और व्यू लेवल, कंसेप्चुअल लेवल और लॉजिकल लेवल, इंटरनल लेवल और स्टोरेज लेवल, ਇਹਦੇ ਨਾਮ ਨੇ। एक्सटर्नल लेवल यूजर ਲੈਵਲ ਦਾ ਵਿਊ ਹੈ, ਇਸੇ ਕਰਕੇ ਇਸ ਨੂੰ ਵਿਊ ਲੈਵਲ ਵੀ ਕਹਿੰਦੇ ਨੇ। ਨਾਰਮਲ ਯੂਜ਼ਰ, ਆਮ ਯੂਜ਼ਰ, ਐਂਡ ਯੂਜ਼ਰ ਉਸ ਨੂੰ ਕਿਵੇਂ ਦੇਖਦਾ ਹੈ, ਇਹ ਉਹਦਾ ਵਿਊ ਹੈ। ਇਹਦੇ 'ਚ ਪੂਰੀ ਡਿਟੇਲ ਨਹੀਂ ਹੁੰਦੀ, ਜਿਹੜੀ ਚੀਜ਼ ਉਹ ਦੇਖਣੀ ਚਾਹੁੰਦਾ ਹੈ ਬਸ ਉਹੀ ਉਸਨੂੰ ਦਿਖਦੀ ਹੈ। ਉਹਨੂੰ ਲੱਗਦਾ ਕਿ ਅੰਦਰ ਬਸ ਇਹੀ ਹੋਊਗਾ, ਉਹਨੂੰ ਪੂਰੀ ਡਿਟੇਲ ਨਹੀਂ ਦਿਖਦੀ ਹੁੰਦੀ ਇਸ ਲੈਵਲ ਤੇ। ਇਟ ਇਜ਼ ਦਾ ਯੂਜ਼ਰਸ ਵਿਊ ਆਫ ਡਾਟਾਬੇਸ। This level describes that part of the database that is relevant to each user. This level describes that part of the database ਜੋ ਉਹਦੇ ਰੈਲੀਵੈਂਟ ਹੈ। ਮੰਨ ਲਓ ਇੱਕ ਯੂਜ਼ਰ ਚਾਹੁੰਦਾ ਮੈਂ ਰੋਲ ਨੰਬਰ, ਨੇਮ ਤੇ ਮਾਰਕਸ ਹੀ ਦੇਖਣੇ ਨੇ, ਹੋਰ ਕੁਝ ਨਹੀਂ ਦੇਖਣਾ, ਤਾਂ ਉਹਦੇ ਲਈ ਤਾਂ ਬਸ ਉਹੀ ਉਹਦਾ ਵਿਊ ਹੈ, ਉਹੀ ਉਹਦਾ ਲੈਵਲ ਹੈ। ਉਹ ਫੀਸ ਨਹੀਂ ਦੇਖਣੀ ਚਾਹੁੰਦਾ, ਉਹ ਸਿਟੀ ਨਹੀਂ ਦੇਖਣੀ ਚਾਹੁੰਦਾ, ਪਿੰਨ ਕੋਡ ਨਹੀਂ ਦੇਖਣੀ ਚਾਹੁੰਦਾ, ਤਾਂ ਜਿਹੜਾ ਵਿਊ ਉਹ ਦੇਖ ਰਿਹਾ ਹੈ ਉਹਦਾ ਐਕਸਟਰਨਲ ਵਿਊ ਹੈ ਜਾਂ ਵਿਊ ਲੈਵਲ ਹੈ। ਇਹ ਵਿਊ ਇਨਵੋਲਵਸ ਓਨਲੀ ਦੋਜ਼ ਪੋਰਸ਼ਨਸ ਆਫ ਦਾ ਡਾਟਾਬੇਸ ਵਿਚ ਆਰ ਆਫ ਕੰਸਰਨ ਟੂ ਦਾ ਯੂਜ਼ਰ, ਜਿਹੜੇ ਉਹਨੂੰ ਚਾਹੀਦੇ ਨੇ, ਜਿਹੜੇ ਉਹ ਦੇਖਣੇ ਚਾਹੁੰਦਾ। Therefore, same database can have different views. ਹੁਣ ਇੱਕ ਯੂਜ਼ਰ ਰੋਲ ਨੰਬਰ, ਨੇਮ, ਮਾਰਕਸ ਦੇਖ ਰਿਹਾ, ਦੂਜਾ ਰੋਲ ਨੰਬਰ, ਸਿਟੀ, ਫੀਸ, ਪਿੰਨ ਕੋਡ ਦੇਖ ਰਿਹਾ, ਦੋ ਅੱਡ ਅੱਡ ਵਿਊ ਬਣ ਗਏ, ਕਿਉਂਕਿ ਉਹ ਯੂਜ਼ਰ ਤੇ ਡਿਪੈਂਡ ਕਰਦਾ। ਯੂਜ਼ਰ ਕੀ ਦੇਖਣਾ ਚਾਹੁੰਦਾ ਉਹੀ ਉਹਦਾ ਵਿਊ ਡਾਟਾਬੇਸ ਦਾ। ਮਤਲਬ ਡਾਟਾਬੇਸ ਦਾ ਇੱਕ ਹਿੱਸਾ ਜਿਹੜਾ ਉਸਨੂੰ ਦਿਖਾਇਆ ਜਾ ਰਿਹਾ ਹੈ, ਜਾਂ ਜੋ ਮੰਨ ਕੇ ਚੱਲ ਰਿਹਾ ਕਿ ਇਹੀ ਡਾਟਾਬੇਸ। So there will be different views of for different users. The external view insulates users from the details of internal and conceptual levels. ਇਸ ਲੈਵਲ ਤੇ ਜਿਹੜੇ ਯੂਜ਼ਰਸ ਨੇ, ਜਿਹੜੇ ਇਸ ਵਿਊ ਨੂੰ ਦੇਖਦੇ ਨੇ, ਉਹਨਾਂ ਨੂੰ ਇੰਟਰਨਲ ਡਿਟੇਲਸ ਦਾ ਪਤਾ ਨਹੀਂ ਹੁੰਦਾ। ਦੂਸਰਾ ਹੈ ਕੰਸੈਪਚੁਅਲ ਲੈਵਲ ਜਾਂ ਲੌਜੀਕਲ ਲੈਵਲ। ਇਹ DBA ਦੇ ਲੈਵਲ ਦਾ ਹੈ। ਇਹਦੇ 'ਚ ਕੰਪਲੀਟ ਸਟਰਕਚਰ ਆ ਜਾਂਦਾ ਹੈ, ਕੰਪਲੀਟ ਡਾਟਾ ਆ ਜਾਂਦਾ ਹੈ, ਪਰ ਉਹਦਾ ਫਿਜ਼ੀਕਲ ਸਟੋਰੇਜ ਨਹੀਂ ਆਉਂਦੀ ਬਸ। This level describes what data is stored in the database and the relationships among data. ਵੀ ਕਿਹੜੇ ਡਾਟਾ ਆਈਟਮ ਦਾ ਕਿਹਦੇ ਨਾਲ ਕੀ ਰਿਲੇਸ਼ਨ ਹੈ, ਉਹ ਸਾਰੀ ਡਿਟੇਲ ਇੱਥੇ ਆ ਜਾਂਦੀ ਹੈ। This level contains the logical structure of the entire database as seen by DBA. ਸਾਰੇ ਫੀਲਡ, ਸਾਰਿਆਂ ਦੀਆਂ ਡਾਟਾ ਟਾਈਪਸ ਵਗੈਰਾ ਜੋ ਕੁਝ ਵੀ ਉਹਦੇ 'ਚ ਕੰਪਲੀਟ ਡਿਟੇਲ ਹੈ ਉਹ ਆ ਜਾਂਦੀ ਹੈ ਵਿਦਆਊਟ ਸਟੋਰੇਜ ਡਿਟੇਲਸ, ਫਿਜ਼ੀਕਲ ਸਟਰਕਚਰ ਦੀ ਬਿਨਾਂ। ਲੌਜੀਕਲੀ ਕਾਲਮਸ ਦਾ ਜੋ ਸਟਰਕਚਰ ਹੈ, ਜੋ ਹੈਡਿੰਗ, ਕਾਲਮ ਹੈਡਿੰਗ ਨੇ, ਉਹਨਾਂ ਦੀਆਂ ਵਿਡਥ ਕੀ ਨੇ, ਉਹਦੇ 'ਚ ਡਾਟਾ ਕਿਹੜੇ ਕਿਹੜੇ ਟਾਈਪ ਦਾ ਹੈ, ਉਹ ਸਾਰੀ ਡਿਟੇਲ ਇਹ 'ਚ ਆ ਜਾਂਦੀ ਹੈ। ਇਟ ਇਜ਼ ਏ ਕੰਪਲੀਟ ਵਿਊ ਆਫ ਦਾ ਡਾਟਾ ਰਿਕੁਆਇਰਮੈਂਟਸ ਆਫ ਦਾ ਆਰਗੇਨਾਈਜੇਸ਼ਨ ਦੈਟ ਇਜ਼ ਇੰਡੀਪੈਂਡੈਂਟ ਆਫ ਐਨੀ ਸਟੋਰੇਜ ਕੰਸੀਡਰੇਸ਼ਨ। ਸਟੋਰੇਜ ਦੇ ਨਾਲ ਕੋਈ ਲਿੰਕ ਨਹੀਂ ਹੁੰਦਾ। ਸਟੋਰੇਜ ਦੇ ਵਿੱਚ ਤਾਂ ਉਹ ਡਾਟਾ ਅਲੱਗ-ਅਲੱਗ ਤਰੀਕੇ ਨਾਲ ਪਿਆ ਹੋਏਗਾ ਨਾ, ਬਲੌਕਸ ਦੇ ਵਿੱਚ ਪਿਆ ਹੋਏਗਾ, ਉਹ ਡਿਟੇਲਸ ਨਹੀਂ ਹੁੰਦੀਆਂ ਇਸ ਲੈਵਲ ਤੇ। ਤਾਂ ਕੰਸੈਪਚੁਅਲ ਲੈਵਲ ਰਿਪਰੈਜ਼ੈਂਟਸ only the complete data structure, not the storage. ਉਹਦੇ 'ਚ ਸਟੋਰੇਜ ਨਹੀਂ ਆਏਗੀ, ਸਟੋਰੇਜ ਰਿਕੁਆਇਰਮੈਂਟਸ ਨਹੀਂ ਆਉਣਗੀਆਂ। ਉਹਦੇ ਵਿੱਚ ਸਾਰਾ ਕੁਝ ਆ ਜਾਏਗਾ, ਕਾਲਮਸ ਆ ਜਾਣਗੇ, ਰਿਲੇਸ਼ਨਸ਼ਿਪਸ ਆ ਜਾਣਗੇ, ਕੰਸਟ੍ਰੇਂਟਸ ਆ ਜਾਣਗੇ, ਜੋ ਵੀ DBA ਕੋਲੇ ਇਨਫੋਰਮੇਸ਼ਨ ਹੁੰਦੀ ਹੈ ਉਹ ਸਾਰੀ ਉਹਦੇ ਵਿੱਚ ਆ ਜਾਂਦੀ। ਇੰਟਰਨਲ ਲੈਵਲ ਔਰ ਸਟੋਰੇਜ ਲੈਵਲ, ਇਟ ਇਜ਼ ਦਾ ਫਿਜ਼ੀਕਲ ਰਿਪਰੈਜ਼ੈਂਟੇਸ਼ਨ ਕਿ ਡਾਟਾ ਬਲੌਕਸ ਦੇ ਵਿੱਚ ਕਿਵੇਂ ਸਟੋਰ ਹੋਇਆ, ਹਾਰਡ ਡਿਸਕ ਤੇ ਕਿਵੇਂ ਪਿਆ। ਰਿਪਰੈਜ਼ੈਂਟੇਸ਼ਨ ਆਫ ਦਾ ਡਾਟਾਬੇਸ ਔਨ ਦਾ ਕੰਪਿਊਟਰ। ਦਿਸ ਲੈਵਲ ਡਿਸਕ੍ਰਾਈਬਸ ਹਾਊ ਦਾ ਡਾਟਾ ਇਜ਼ ਸਟੋਰਡ ਇਨ ਦਾ ਡਾਟਾਬੇਸ। The internal level is one that contains the way the data are physically stored on the hardware. ਇਹ ਉਹ ਲੈਵਲ ਆ ਜਾਂਦਾ ਹੈ। ਸੋ 3 ਤਰ੍ਹਾਂ ਦੀਆਂ ਲੇਅਰਸ ਨੇ DBMS ਦੇ ਆਰਕੀਟੈਕਚਰ ਦੀਆਂ। ਆ ਇੱਥੇ ਇਹਦਾ ਇੱਕ ਸਟਰਕਚਰ ਬਣਾ ਕੇ ਦਿਖਾਇਆ ਹੋਇਆ ਜਿਹਦੇ ਨਾਲ ਤੁਹਾਨੂੰ ਈਜ਼ੀਲੀ ਸਮਝ ਲੱਗ ਜਾਏਗਾ ਵੀ ਕਿਸ ਲੈਵਲ ਤੇ ਕਿਹੜਾ ਵਿਊ ਜਿਹੜਾ ਹੈ ਜਾਂ ਲੇਅਰ ਵਰਤੀ ਜਾਂਦੀ ਹੈ। ਉੱਪਰ ਐਂਡ ਯੂਜ਼ਰ ਨਜ਼ਰ ਆ ਰਹੇ ਨੇ। ਐਂਡ ਯੂਜ਼ਰਸ ਮਤਲਬ ਆਮ ਯੂਜ਼ਰ, ਜਿਨ੍ਹਾਂ ਨੂੰ ਡਿਟੇਲ ਦਾ ਨਹੀਂ ਪਤਾ, ਇਹ ਹੈਗੇ ਨੇ ਐਕਸਟਰਨਲ ਲੈਵਲ ਵਾਲੇ। ਇਹਨਾਂ ਨੂੰ ਐਕਸਟਰਨਲ ਵਿਊ ਦਿਖ ਰਹੇ ਨੇ। ਆਹ ਕੰਸੈਪਚੁਅਲ ਹੋ ਗਿਆ,
ਆ ਪਹਿਲਾ ਵਾਲਾ एक्सटर्नल, आ पिछे मैं दोबारा दिखा दा, पहला है एक्सटर्नल, फिर है कंसैप्चुअल, फिर है इंटरनल। तो तीनों ही आ देखो, ऊपर आ गया एक्सटर्नल, फिर आ गया कंसैप्चुअल, ये हो गया नीचे इंटरनल। ठीक है, जिथे असी फिजिकली डाटा हार्ड डिस्क ते स्टोर करते हैं। सो ये तीन अलग अलग लैवल हो गए। फिजिकली डाटा एक हार्ड डिस्क ते पिया, ब्लॉक्स दे विच पिया, ओहदा कोई रिकॉर्ड वांगू नहीं दिखदा। कंसैप्चुअल लैवल ਦੇ ਉੱਤੇ ਉਹਦੇ ਕਾਲਮ ਵਗੈਰਾ ਦਿਖਦੇ ਨੇ, ਉਹਦਾ ਕਿਹੜੇ ਕਿਹੜੇ ਕਾਲਮ ਨੇ, ਕਿਹਦੀ ਕਿੰਨਾ ਸਾਈਜ਼ ਹੈ ਉਹ ਦਿਖਦਾ। ਪਰ ਇਹ ਇੱਕ ਹੁੰਦਾ, ਜਿਹੜੇ ਐਕਸਟਰਨਲ ਨੇ ਉਹ ਕਈ ਹੋ ਸਕਦੇ ਨੇ, ਕਿਉਂਕਿ ਹਰੇਕ ਦਾ ਦੇਖਣ ਦਾ ਜਾਂ ਰਿਕੁਆਇਰਮੈਂਟ ਹਰੇਕ ਦੀ ਅਲੱਗ-ਅਲੱਗ ਹੁੰਦੀ ਹੈ। ਉਹ ਜਿਸ ਤਰ੍ਹਾਂ ਨਾਲ ਦੇਖਦਾ ਉਹੀ ਉਹਦਾ ਵਿਊ ਬਣ ਜਾਂਦਾ ਹੈ। The internal level is concerned with such things as storage, space allocation for data and indexes। ਇਹ internal level ਦੀ ਗੱਲ ਕਰ ਰਹੇ ਨੇ, ਇਸ ਦੀ ਆ ਸਾਰੀ ਡਿਟੇਲ ਇਹਦੀ ਹੈ नीचे वाली दी। इत्थे स्टोरेज स्पेस एलोकेशन हुंदी है, कित्थे डाटा रिकॉर्ड होना स्टोर होना है, उहदे इंडेक्स किवें बनने ने, रिकॉर्ड डिस्क्रिप्शंस फॉर स्टोरेज विद रिकॉर्ड्स, स्टोरेज साइजेस फॉर डाटा आइटम्स, कितना साइज लेगा, किन्ने बिट बाइट यूज किए जाएंगे, रिकॉर्ड प्लेसमेंट, उन्होंने केड़ा ब्लॉक एलोकेट होएगा, डाटा कंप्रैशन एंड एनक्रिप्शन। कंप्रैशन मतलब डाटे नूं कंप्रैस करके ਤਾਂ ਜੋ ਘੱਟ ਸਟੋਰੇਜ ਆਕੂਪਾਈ ਕਰੇ, ਤੇ ਐਨਕ੍ਰਿਪਸ਼ਨ ਹੁੰਦੀ ਹੈ ਸਿਕਿਉਰਿਟੀ ਦੇ ਲਈ, ਡਾਟਾ ਐਨਕ੍ਰਿਪਟ ਕਰਕੇ ਸਟੋਰ ਕੀਤਾ ਜਾਵੇ। ਇਹ ਡਿਟੇਲਸ ਇੰਟਰਨਲ ਲੈਵਲ ਦੀਆਂ। ਸੋ ਇਸ ਤਰ੍ਹਾਂ ਨਾਲ ਡਾਟਾ ਜਿਹੜਾ ਅਲੱਗ-ਅਲੱਗ 3 ਲੇਅਰਸ ਦੇ ਉੱਤੇ ਸਟੋਰੇਜ ਹੁੰਦੀ। मैपिंग बिटवीन डिफरेंट लैवल्स, मैपिंग जरूरी है क्योंकि डाटा एक लेयर तो दूजी लेयर ते जाना है, दूजी तो तीजी ते जाना है। सो एक दूजे नाल मैपिंग करनी पेगी। DBMS is responsible for this mapping, for mapping between these 3 types of schema. 2 mappings are required in the database system with 3 different views। 3 views ही साडे external, conceptual ते internal। हुण 2 mappings होणगीਆਂ, एक ਤਾਂ external ਤੇ conceptual ਦੇ ਵਿਚਾਲੇ ਹੋਏਗੀ, ਇੱਕ conceptual ਅਤੇ internal ਦੇ ਵਿਚਾਲੇ ਹੋਏਗੀ। external ਤੇ conceptual ਦੇ ਵਿਚਾਲੇ, ਇੱਕ कंसैप्चुअल ਅਤੇ इंटरनल ਦੇ ਵਿਚਾਲੇ। मैपिंग मतलब वो डाटा एक तो दूजी लेयर ते दूजी तो तीजी ते किवें पहुंचता है। ईच एक्सटर्नल स्कीमा इज रिलेटेड टू द कंसैप्चुअल स्कीमा बाय एक्सटर्नल और कंसैप्चुअल मैपिंग। क्यों एक दूजे नाल कनैक्टेड ने। आ वाली मैपिंग की गल कर रहे हैं। इत्थों जिहड़ा डाटा ये इत्थों आ रहा ना, कंसैप्चुअल ਅਤੇ एक्सटर्नल ਦਾ आपस ਵਿੱਚ ਜਿਹੜੀ मैपिंग है उस दी गल कर रहे हैं। दूजी मैपिंग है कंसैप्चुअल ਅਤੇ इंटरनल ਦੀ ਜਿਹੜੀ ਹੋਏਗੀ, ਵੀ डाटा इत्थों ਇੱਥੇ जाना है, फिर इत्थों इत्थे इत्थे जाना, वो गल है। पहला एक्सटर्नल ते कंसैप्चुअल की गल की जा रही। A mapping between the external and conceptual views gives correspondence among the records and the relationships of the external and conceptual views। उन्हां दा आपस विच जिहड़ा रिलेशनशिप है उहनूं ये रिप्रजेंट करदी है मैपिंग। उहदे च डाटा जिहड़ा है वो मैप कीता जांदा है। जिस तरह का भी डाटा एक्सटर्नल व्यू ते सानूं चाहीदा, उदां दा डाटा जिहड़ा कंसैप्चुअल व्यू तो एक्सटर्नल व्यू ते भेजा जांदा है तां जो उसनूं देखिया जा सके। और रिलेशनशिप बनाए जांदे ने जे डाटा फैच करना होवे मल्टीपल टेबल चों। द एक्सटर्नल व्यू इज एन एब्सट्रैक्शन ऑफ कंसैप्चुअल व्यू, क्योंकि कंसैप्चुअल व्यू च पूरी डिटेल है, एक्सटर्नल व्यू च डिटेल नहीं है। एब्सट्रैक्शन का मतलब होता है लो लैवल डिटेल्स नूं हाइड करना। सो एक्सटर्नल व्यू जिहड़ा है लो लैवल डिटेल्स नूं हाइड करता है, विच इज इन टर्न इज एन एब्सट्रैक्शन ऑफ इंटरनल व्यू। तो जिहड़ा कंसैप्चुअल व्यू है वो इंटरनल व्यू दीयां जिहड़ियां डिटेल्स ने उन्हां नूं हाइड करदा, क्योंकि जिसनूं डिटेल की लोड़ नहीं है उन्होंने दिखाउण की लोड़ नहीं। देयर इज ए मैपिंग फ्रॉम ए पर्टिकुलर लॉजिकल रिकॉर्ड इन द एक्सटर्नल व्यू टू वन और मोर कंसैप्चुअल रिकॉर्ड्स इन द कंसैप्चुअल व्यू। हुण ये तां क्लीयर है, जिहड़ा रिकॉर्ड कंसैप्चुअल व्यू च पए होणगे उही एक्सटर्नल व्यू ते दिखणे हुंदे ने, पर उहनूं असीं कहने आ कि कंसैप्चुअल व्यू तो आ रिकॉर्ड चक्किया, उहदे विचों कल्ले आ फील्ड इस यूजर नूं दिखाउणे ने, वो मैपिंग हो गई। भी उहदे चों किहड़ा पार्ट यूजर नूं दिखाया जा रहा है वो उहदी मैपिंग करके दिखाया जा रहा है। उस तरह कंसैप्चुअल ते इंटरनल की मैपिंग होएगी। इंटरनल मतलब ब्लॉक्स तो रिकॉर्ड रीड होने ने, कॉलम्स बन के दिखाई देने ने, कॉलम्स दे विच दिखाई देने ने, रोज दे विच दिखाई देने ने। Conceptual schema is related to the internal schema by conceptual or internal mapping. This enables the DBMS to find the actual record or combination of records in the physical storage that constitute a logical record in the conceptual schema.
ਕੰਸੈਪਚੁਅਲ ਸਕੀਮਾਂ ਦੇ ਉੱਤੇ ਉਹ ਲੌਜੀਕਲ ਰਿਕਾਰਡ ਹੈ, ਲੇਕਿਨ ਹਾਰਡ ਡਿਸਕ ਤੇ ਉਹ ਫਿਜ਼ੀਕਲ ਰਿਕਾਰਡ ਹੈ। ਹੁਣ ਹਾਰਡ ਡਿਸਕ ਤੇ ਕਿਹੜੇ ਬਲੌਕ ਇਕੱਠੇ ਹੋ ਕੇ ਲੌਜੀਕਲ ਰਿਕਾਰਡ ਤੇ ਇੱਕ ਲੌਜੀਕਲ ਵਿਊ ਦੇ ਉੱਤੇ ਇੱਕ ਰਿਕਾਰਡ ਬਣਨਾ ਹੈ, ਉਹ ਮੈਪਿੰਗ ਹੈ, ਉਹ ਲਿੰਕ ਵੀ ਆਹ ਬਲੌਕਸ ਦੇ ਵਿੱਚ ਇਹ ਰਿਕਾਰਡ ਪਿਆ ਜਿਹੜਾ ਲੌਜੀਕਲ ਤੇ ਦਿਖ ਰਿਹਾ ਹੈ, ਉਸ ਨੂੰ ਅਸੀਂ conceptual to internal mapping ਕਹਾਂਗੇ। Mapping between the conceptual and the internal levels specifies the method of deriving the conceptual record from the physical database। ਹਾਰਡ ਡਿਸਕ ਤੋਂ ਡਾਟਾ ਰੀਡ ਹੋਏਗਾ, ਹਾਰਡ ਡਿਸਕ ਤੋਂ ਇਹ ਥੋੜੀ ਆ ਵੀ ਉੱਥੇ ਰੋ ਹੀ ਬਣੀ ਪਈ ਹੋਏਗੀ ਚੱਕ ਲੈਣੀ ਹੈ, ਉੱਥੇ ਬਲੌਕਸ ਹੋਣਗੇ, ਬਿਟਸ ਬਾਈਟਸ ਦੇ ਵਿੱਚ ਉਹ ਡਾਟਾ ਪਿਆ ਹੋਏਗਾ, ਬਾਈਨਰੀ ਦੇ ਵਿੱਚ ਪਿਆ ਹੋਏਗਾ, ਉਹਨੂੰ ਕਿਸ ਤਰ੍ਹਾਂ ਕਲੈਕਟ ਕਰਕੇ ਇੱਕ ਲੌਜੀਕਲ ਰਿਕਾਰਡ ਬਣਾ ਕੇ ਦਿਖਾਉਣਾ ਹੈ, ਉਹ ਕੰਸੈਪਚੁਅਲ ਤੇ ਇੰਟਰਨਲ ਦੀ ਮੈਪਿੰਗ ਹੋਗੀ। ਹੁਣ ਕੰਸੈਪਚੁਅਲ ਤੋਂ ਜਿਹੜਾ ਵਿਊ ਯੂਜ਼ਰ ਦੇਖਣਾ ਚਾਹੁੰਦਾ ਉਹਨੂੰ ਕਿਹੜਾ ਰਿਕਾਰਡ ਬਣਾ ਕੇ ਦਿਖਾਉਣਾ, ਉਹ ਕੰਸੈਪਚੁਅਲ ਤੋਂ ਐਕਸਟਰਨਲ ਦੀ ਮੈਪਿੰਗ ਹੋਗੀ। ਇਸ ਤਰ੍ਹਾਂ ਦੋ ਟਾਈਪ ਦੀ ਮੈਪਿੰਗ ਹੁੰਦੀ ਹੈ, ਕਿਉਂਕਿ 3 ਲੈਵਲ ਨੇ ਤਾਂ 2 ਮੈਪਿੰਗਸ ਉਹਨਾਂ ਦੇ ਵਿਚਾਲੇ ਹੋਣਗੀਆਂ। ਆਹ ਦੇਖੋ ਇੱਥੇ ਇਹਦੀ ਐਕਸਪਲੇਨੇਸ਼ਨ ਦਿੱਤੀ ਹੈ ਤਾਂ ਜੋ ਈਜ਼ੀਲੀ ਸਮਝ ਲੱਗ ਜਾਵੇ। ਮੇਨ ਜਿਹੜਾ ਡਾਟਾ ਹੈ ਇੱਥੇ ਪਿਆ ਹੈ, ਇੰਟਰਨਲ ਲੈਵਲ ਹੈ। ਇੱਥੇ ਦੇਖੋ ਰੋਲ ਨੰਬਰ ਹੈ, ਨੇਮ ਹੈ, ਐਡਰੈਸ ਹੈ, ਬੁੱਕ ਨੰਬਰ ਹੈ, ਡੇਟ ਆਫ ਇਸ਼ੂ, ਡੇਟ ਆਫ ਰਿਟਰਨ, ਫੀਸ, ਇਹਨਾਂ ਦੀ ਟਾਈਪ ਹੈ ਅੱਗੇ ਆ ਬਾਈਟ ਇੰਨੇ, ਆਫਸੈਟ ਇੰਨੇ, ਇਹ ਚੀਜ਼ਾਂ ਜਿਹੜੀਆਂ ਨੇ ਇੰਟਰਨਲ ਫਿਜ਼ੀਕਲ ਸਟੋਰੇਜ ਦੀਆਂ ਡਿਟੇਲਸ ਨੇ ਵੀ ਫਿਜ਼ੀਕਲੀ ਹਾਰਡ ਡਿਸਕ ਦੇ ਉੱਤੇ ਕਿੰਨੇ ਬਾਈਟ ਜਗ੍ਹਾ ਰੁਕ ਰਹੀ ਹੈ ਤੇ ਕਿਸ ਬਲੌਕ ਦੇ ਵਿੱਚ ਇਹ ਡਾਟਾ ਸਟੋਰ ਹੋਇਆ ਹੋਇਆ। ਇਸ ਇੰਟਰਨਲ ਲੈਵਲ ਤੋਂ ਆ ਕੰਸੈਪਚੁਅਲ ਲੈਵਲ ਦੇ ਉੱਤੇ ਡਾਟਾ ਜਿਹੜਾ ਹੈ ਆ ਜਿਹੜਾ ਅਸੀਂ DBA ਨੂੰ ਦੇਖਦੇ, ਅਸੀਂ DBA ਨੂੰ ਆ ਚੀਜ਼ਾਂ ਦਿਖਾਉਂਦੇ ਆ ਵੀ ਇਹ ਨੰਬਰ ਹੈ ਬਸ 6 ਦਾ, ਅਸੀਂ ਡਿਟੇਲ ਨਹੀਂ ਦੱਸੀ, ਅਸੀਂ ਦੱਸਿਆ ਕਿ ਨੰਬਰ ਹੈ 6 ਡਿਜਿਟ ਦਾ ਹੋ ਸਕਦਾ, ਲੇਕਿਨ ਇੱਥੇ ਕੀ ਹੈ, ਇੱਥੇ ਪੂਰੀ ਡਿਟੇਲ ਹੈ ਕਿ 6 ਬਾਈਟ ਨੇ ਤੇ ਇਹਦਾ ਆਫਸੈਟ 0, ਆਫਸੈਟ ਮਤਲਬ ਹਾਰਡ ਡਿਸਕ ਦੇ ਵਿੱਚ ਬਲੌਕ ਕਿੰਨੀ ਦੂਰ ਪਿਆ ਜਿੱਥੇ ਡਾਟਾ। ਉਸੇ ਤਰ੍ਹਾਂ ਨੇਮ ਦੇਖੋ, ਇੱਥੇ ਕਰੈਕਟਰ 20 ਲਿਖਿਆ ਵੀ ਕਰੈਕਟਰ ਟਾਈਪ ਦਾ 20 ਕਰੈਕਟਰਸ ਦਾ ਨੇਮ ਹੋਏਗਾ। DBA ਦੇ ਲਈ ਸਿਰਫ ਇਹੀ ਡਿਟੇਲ ਕਾਫੀ ਹੈ, ਪਰ ਸਟੋਰੇਜ ਦੇ ਵਿੱਚ ਇਹ 20 ਬਾਈਟਸ ਨੇ, ਇਹਦੇ ਦਾ ਆਫਸੈਟ 6 ਹੈ, ਮੀਨਸ ਪਹਿਲੇ ਰੋਲ ਨੰਬਰ ਤੋਂ 6 ਬਾਈਟ ਅੱਗੇ ਉਹ ਆਫਸੈਟ ਉਹਨੂੰ ਕਹਿੰਦੇ ਆ, ਡਿਸਟੈਂਸ 6 ਬਾਈਟ ਅੱਗੇ ਇਹ ਪਿਆ। ਉਸੇ ਦਾ ਐਡਰੈਸ ਦੇਖੋ, ਐਡਰੈਸ ਹੈਗਾ ਕਿ 40 ਬਾਈਟ 40 ਕਰੈਕਟਰ ਦਾ ਐਡਰੈਸ ਹੈ, ਇੱਥੇ ਕਰੈਕਟਰ ਕਿਹਨੇ, ਇੱਥੇ ਜਾ ਕੇ ਕਹਾਂਗੇ 40 ਬਾਈਟ ਨੇ ਤੇ ਕਿੱਥੇ ਪਿਆ ਇਹ ਆਫਸੈਟ 26, 6 ਹੋ ਗਏ ਰੋਲ ਨੰਬਰ ਦੇ, 20 ਹੋ ਗਏ ਨੇਮ ਦੇ, ਤਾਂ 26 ਡਿਫਰੈਂਸ ਤੇ ਡਿਸਟੈਂਸ ਤੇ ਪਿਆ ਇਹ, ਉਹਨੂੰ ਆਫਸੈਟ ਕਹਿੰਦੇ ਨੇ। ਤੇ ਇਹ ਪੂਰੀ ਡਿਟੇਲ ਹਾਰਡ ਡਿਸਕ ਦੀ ਹੈ, ਇਹ ਡਿਟੇਲ ਹੈ ਸਿਰਫ DBA ਲੈਵਲ ਦੀ, ਇੱਥੇ ਉਨੀ ਡਿਟੇਲ। ਇਸ ਤੋਂ ਵੀ ਉੱਪਰ ਆ ਗਏ ਵੀ ਇਹ ਜਿਹੜੇ ਐਕਸਟਰਨਲ ਲੈਵਲ ਤੇ ਦਿਖ ਰਹੇ ਨੇ, ਜਿਵੇਂ ਯੂਜ਼ਰ ਜਿਹੜਾ ਲਾਇਬ੍ਰੇਰੀ ਵਾਲਾ ਯੂਜ਼ਰ ਹੈ ਉਹ ਦੇਖਣਾ ਚਾਹੁੰਦਾ ਰੋਲ ਨੰਬਰ, ਨੇਮ, ਐਡਰੈਸ, ਬੁੱਕ ਨੰਬਰ, ਡੇਟ ਆਫ ਇਸ਼ੂ ਐਂਡ ਰਿਟਰਨ, ਬਸ, ਤਾਂ ਉਹਨੂੰ ਸਿਰਫ ਇਹ ਵਿਊ ਦਿਖਾਇਆ ਜਾ ਰਿਹਾ ਹੈ। ਜਿਹੜਾ ਅਕਾਊਂਟ ਆਫਿਸ ਦਾ ਯੂਜ਼ਰ ਹੈ ਉਹ ਰੋਲ ਨੰਬਰ, ਨੇਮ ਤੇ ਫੀਸ ਦੇਖਣੀ ਚਾਹੁੰਦਾ, ਉਹਨੂੰ ਸਿਰਫ ਉਹ ਦਿਖਾਇਆ ਜਾ ਰਿਹਾ, ਪਰ ਇਹ ਦੋਨੋਂ ਚੀਜ਼ਾਂ ਆਈਆਂ ਤਾਂ ਇੱਥੋਂ ਹੀ ਨੇ। ਤਾਂ ਇਹ ਜਿਹੜਾ ਹੈ ਐਕਸਟਰਨਲ ਲੈਵਲ ਹੋ ਗਿਆ। ਇਸ ਤਰ੍ਹਾਂ ਮੈਪਿੰਗ ਹੁੰਦੀ ਹੈ, ਰਿਕਾਰਡ ਕਿਵੇਂ ਇੱਕ ਲੇਅਰ ਤੋਂ ਦੂਜੀ ਲੇਅਰ ਦੇ ਵਿੱਚੋਂ ਰੀਡ ਕੀਤੇ ਜਾਂਦੇ ਨੇ। ਡਾਟਾ ਇੰਡੀਪੈਂਡੈਂਸ, ਡਾਟਾ ਇੱਕ ਲੇਅਰ ਤੋਂ ਦੂਜੀ ਲੇਅਰ ਤੱਕ ਇੰਡੀਪੈਂਡੈਂਟ ਰਹਿਣਾ ਚਾਹੀਦਾ ਹੈ। ਜਿਹੜੇ ਆਪਾਂ ਲੈਵਲ ਪੜ੍ਹ ਕੇ ਆਏ ਹਾਂ ਉਹਨਾਂ ਦਾ ਡਿਪੈਂਡੈਂਸੀ ਘੱਟ ਹੋਣੀ ਚਾਹੀਦੀ ਹੈ। A major object for 3-level architecture is to provide data independence, which means that upper levels are unaffected by changes in lower level। ਜੇ ਮੰਨ ਲਓ ਹਾਰਡ ਡਿਸਕ ਬਦਲਤੀ ਤਾਂ ਉਹਦਾ ਲੌਜੀਕਲ ਲੈਵਲ ਤੇ ਕੋਈ ਇਫੈਕਟ ਨਾ ਪਵੇ, ਮਤਲਬ ਕੰਸੈਪਚੁਅਲ ਲੈਵਲ ਤੇ। ਜੇ DBA ਨੇ ਕੋਈ ਕਾਲਮ ਇੱਧਰ ਉੱਧਰ ਕਰ ਦਿੱਤਾ ਤਾਂ ਉਹਦਾ ਐਕਸਟਰਨਲ ਲੈਵਲ ਤੇ ਕੋਈ ਫਰਕ ਨਾ ਪਵੇ, ਮਤਲਬ ਯੂਜ਼ਰ ਵਿਊ ਤੇ ਉਹਨੂੰ ਕੋਈ ਪਤਾ ਨਾ ਲੱਗੇ ਵੀ ਅੰਦਰ ਕੋਈ DBA ਨੇ ਚੇਂਜਸ ਕੀਤੀਆਂ ਨੇ। ਉਵੇਂ ਜੇ ਹਾਰਡ ਡਿਸਕ 'ਚ ਚੇਂਜਸ ਹੁੰਦੀਆਂ ਨੇ ਤਾਂ DBA ਤੇ ਉਹਦਾ ਕੋਈ ਇਫੈਕਟ ਨਾ ਪਵੇ। ਇਸ ਦੇ ਲਈ ਜ਼ਰੂਰੀ ਹੈ ਕਿ ਡਾਟਾ ਹਰੇਕ ਲੇਅਰ ਤੇ ਇੰਡੀਪੈਂਡੈਂਸ ਹੋਵੇ। ਲੌਜੀਕਲ ਲੈਵਲ ਡਾਟਾ ਇੰਡੀਪੈਂਡੈਂਸ, ਲੌਜੀਕਲ ਡਾਟਾ ਇੰਡੀਪੈਂਡੈਂਸ ਇੰਡੀਕੇਟਸ ਦੈਟ ਦਾ ਕੰਸੈਪਚੁਅਲ ਸਕੀਮਾ, ਜਿਹੜਾ DBA ਵਾਲਾ ਲੈਵਲ ਹੈ, conceptual schema can be changed without affecting the existing external schemas। conceptual schema ਚ DBA ਜਿੰਨੀ ਮਰਜ਼ੀ ਚੇਂਜ ਕਰੇ ਉਹਦਾ ਇਫੈਕਟ ਯੂਜ਼ਰ ਨੂੰ ਨਹੀਂ ਦਿਖਣਾ ਚਾਹੀਦਾ। ਇਹ ਹੈ ਲੌਜੀਕਲ ਡਾਟਾ ਇੰਡੀਪੈਂਡੈਂਸ। The change would be absorbed by mapping between the external and conceptual level। ਜਿਹੜੀ ਆਪਾਂ ਪਿੱਛੇ ਮੈਪਿੰਗ ਪੜ੍ਹੀ ਉਹ ਇਸ ਗੱਲ ਦੇ ਲਈ ਰਿਸਪੌਂਸੀਬਲ ਹੈ ਕਿ ਉਹ ਬਿਨਾਂ ਚੇਂਜ ਦਿਖਾਏ ਯੂਜ਼ਰ ਨੂੰ ਉਸੇ ਤਰ੍ਹਾਂ ਡਾਟਾ ਦਿਖਦਾ ਰਹੇ।
ਉਵੇਂ ਫਿਜ਼ੀਕਲ ਡਾਟਾ ਇੰਡੀਪੈਂਡੈਂਸ ਵੀ ਹਾਰਡ ਡਿਸਕ ਬਦਲੀ ਦਿੱਤੀ ਤਾਂ ਵੀ ਕੋਈ ਫਰਕ ਨਹੀਂ ਪਿਆ। Physical data independence indicates that the physical storage structure of the device could be changed without affecting the conceptual schema. ਹਾਰਡ ਡਿਸਕ ਦੇ ਸਟਰਕਚਰ ਬਦਲੇ, ਬਲੌਕ ਐਡਰੈਸ ਬਦਲੇ ਜਾਂ ਕੁਝ ਵੀ ਬਦਲੇ, ਉਹਦੇ ਨਾਲ DBA ਨੂੰ ਜਿਹੜਾ ਵਿਊ ਦਿਖ ਰਿਹਾ ਸੀ ਉਹਦਾ ਕੋਈ ਫਰਕ ਨਾ ਪਵੇ, ਉਹਨੂੰ ਉਵੇਂ ਹੀ ਦਿਖੀ ਜਾਵੇ। The change would be absorbed by the mapping between conceptual and internal levels. ਇਸੇ ਚੀਜ਼ ਨੂੰ ਤਾਂ ਮੈਪਿੰਗ ਕਹਿੰਦੇ ਆ। ਮੈਪਿੰਗ ਜਿਹੜੀ ਹੈ ਉਹ ਚੇਂਜਸ ਨੂੰ ਹਾਈਡ ਕਰਨ ਦੇ ਲਈ ਹੈ, ਵੀ ਨੀਚਲੇ ਲੈਵਲ ਦੀ ਚੇਂਜ ਉਸ ਤੋਂ ਉੱਪਰਲੇ ਨੂੰ ਨਾ ਦਿਖੇ, ਉਸ ਤੇ ਲੈਵਲ ਦੀ ਚੇਂਜ ਉਸ ਤੋਂ ਉੱਪਰਲੇ ਨੂੰ, ਉਹਨਾਂ ਨੂੰ ਐਂ ਲੱਗੇ ਵੀ ਜਿਵੇਂ ਪਹਿਲਾਂ ਚੱਲ ਰਿਹਾ ਸੀ ਉਵੇਂ ਚੱਲ ਰਿਹਾ। ਉਹ ਮੈਪਿੰਗ ਆਪਣੇ ਆਪ DBMS ਕਰਦਾ ਤੇ ਉਹ ਹੈਂਡਲ ਕਰ ਲੈਂਦੇ ਨੇ। The logical data independence is difficult to achieve than physical data independence as it requires flexibility in the design of the database. ਲੌਜੀਕਲ ਡਾਟਾ ਇੰਡੀਪੈਂਡੈਂਸ ਤਾਂ DBA ਨੂੰ ਧਿਆਨ 'ਚ ਰੱਖਣੀ ਪਏਗੀ। ਫਿਜ਼ੀਕਲ ਤਾਂ ਹਾਰਡ ਡਿਸਕ ਦੇ ਬਲੌਕ ਹੁੰਦੇ ਨੇ, ਉਹ ਆਪਰੇਟਿੰਗ ਸਿਸਟਮ ਕਾਫੀ ਹੱਦ ਤੱਕ ਕੰਟਰੋਲ ਕਰ ਲੈਂਦਾ ਹੈ, ਸੋ ਜ਼ਿਆਦਾ ਡਿਫੀਕਲਟ ਨਹੀਂ ਹੁੰਦੀ।